ਹੁਣ ਆਪਾਂ डिसएडवांटेजेस पढ़ांगे। फर्स्ट वन इज़ वायोलेशन ऑफ प्रिंसिपल ऑफ यूनिटी ऑफ कमांड। A number of superiors are heading a single worker, violating the unity of command, and workers become unable to decide priorities of the work। ਹੁਣ ਇਹਦੇ ਵਿੱਚ ਕੀ ਆ, 8 ਬੌਸ ਨੇ, ਠੀਕ ਆ, ਤਾਂ ਹੁਣ ਇੱਕ ਵਰਕਰ ਨੂੰ 8 ਜਣਿਆਂ ਦੀ ਗੱਲ ਸੁਣਨੀ ਪੈਂਦੀ ਆ। ਸੋ ਇਹਦੇ ਨਾਲ ਕੀ ਆ, ਜਿਹੜਾ ਯੂਨਿਟੀ ਆਫ ਕਮਾਂਡ ਦਾ ਪ੍ਰਿੰਸੀਪਲ ਆ ਉਹ ਟੋਟਲੀ ਵਾਇਲੇਟ ਹੋ ਰਿਹਾ ਵਾ, ਠੀਕ ਆ। ਤਾਂ ਜਿਹੜਾ ਇੱਕ ਵਰਕਰ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕਿਹੜੇ ਕੰਮ ਨੂੰ ਪ੍ਰਾਇੋਰਟੀ ਦੇਵਾਂ, ਕਿਹੜਾ ਕੰਮ ਪਹਿਲਾਂ ਕਰਾਂ। ਵੀ ਜਿਹੜੇ ਹੁਣ 8 ਬੌਸ ਹਰ ਨੇ ਇੱਕ ਨੇ ਅੱਡ ਅੱਡ ਕੰਮ ਦੱਸਤਾ, ਤਾਂ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕਿਹਨੂੰ ਪ੍ਰਾਇੋਰਟੀ ਪਹਿਲਾਂ ਦੇਵਾਂ, ਕਿਹੜਾ ਕੰਮ ਪਹਿਲਾਂ ਕੰਪਲੀਟ ਕਰਾਂ। ਨੈਕਸਟ ਹੈ ਪੂਅਰ ਡਿਸਿਪਲਿਨ। कंप्लीट डिसओबीडियंस ऑफ द प्रिंसिपल ऑफ यूनिटी ऑफ कमांड फर्दर क्रिएट द प्रॉब्लम ऑफ डिसिपलिन। ਹੁਣ ਦੇਖੋ ਯੂਨਿਟੀ ਆਫ ਕਮਾਂਡ ਦੇ ਵਿੱਚ ਫੋਲੋ ਨਹੀਂ ਹੋ ਰਿਹਾ, ਤਾਂ ਇਹਦੇ ਨਾਲ ਕੀ ਡਿਸਿਪਲਿਨ ਦੀ ਪ੍ਰੋਬਲਮ ਆਉਂਦੀ ਆ। ਦ ਲੋਇਲਟੀ ਆਫ ਦ ਵਰਕਰ ਸਟੈਂਡਸ ਡਿਵਾਈਡਡ ਐਂਡ ਦਸ ਡਿਸਿਪਲਿਨ ਟੈਂਡਸ ਟੂ ਬ੍ਰੇਕ ਡਾਊਨ। ਜਿਹੜੀ ਵਰਕਰ ਦੀ ਲੋਇਲਟੀ ਆ, ਹੁਣ ਕੋਈ ਕਿਸੇ 8 ਬੌਸ ਨੇ, 8 'ਚੋਂ ਕੋਈ ਕਿਸੇ ਦੀ ਗੱਲ ਸੁਣ ਕੇ ਰਾਜੀ ਹੋਊਗਾ, ਠੀਕ ਆ, ਕੋਈ ਕਹੂਗਾ ਮੇਰੀ ਨਹੀਂ ਮੰਨਣੀ। ਸੋ ਇਹਦੇ ਨਾਲ ਇੱਕ ਤਰ੍ਹਾਂ ਦਾ ਡਿਸਿਪਲਿਨ ਬ੍ਰੇਕ ਡਾਊਨ ਹੋ ਜਾਂਦਾ। ਨੈਕਸਟ ਹੈ ਲੈਕ ਆਫ ਅਕਾਊਂਟੇਬਿਲਿਟੀ। ਅਕਾਊਂਟੇਬਿਲਿਟੀ ਮਤਲਬ ਜਵਾਬਦੇਹੀ ਜਾਂ ਆਂਸਰੇਬਲ ਹੋਣਾ। As no worker is responsible to one particular boss, it becomes very difficult to determine the accountability। ਹੁਣ ਜਿਹੜਾ ਇੱਕ ਵਰਕਰ ਆ ਉਹਦੇ ਲਈ ਪੱਕਾ ਨਹੀਂ ਹੈਗਾ ਨਿਸ਼ਚਿਤ ਵੀ ਤੁਸੀਂ ਆਹੀ ਬੌਸ ਨੂੰ ਉਹਦਾ ਜਵਾਬ ਦੇਣਾ ਵਾ, ਤਾਂ ਇਹਦੇ ਕਰਕੇ ਕੀ ਆ, ਜਿਹੜੀ ਜਵਾਬਦੇਹੀ ਆ ਉਹ ਬਹੁਤ ਡਿਫੀਕਲਟ ਹੁੰਦੀ ਆ ਕਿਉਂਕਿ ਬੌਸਸ ਜ਼ਿਆਦਾ ਨੇ। ਸੋ ਮੈਨੀ ਪਰਸਨਸ ਆਰ ਇਨਵੋਲਵਡ ਇਨ ਪਰਫੋਰਮਿੰਗ ਵਨ ਟਾਸਕ ਐਂਡ ਐਵਰੀਬਡੀਜ਼ ਰਿਸਪੋਂਸਿਬਿਲਿਟੀ ਬਿਕਮ ਨੋਬਡੀਜ਼ ਰਿਸਪੋਂਸਿਬਿਲਿਟੀ। ਹੁਣ ਇੱਕ ਹੀ ਕੰਮ ਨੂੰ ਕਾਫੀ ਸਾਰੇ ਲੋਕਾਂ ਨੂੰ ਕਹਿ ਤਾ ਤੁਸੀਂ ਅੱਗੇ ਕਰਨਾ ਵਾ, ਹੁਣ ਉਹਨਾਂ ਨੇ ਐਂ ਲੱਗੂਗਾ ਵੀ ਇਹ ਕਰ ਲੂਗਾ, ਦੂਜੇ ਨੂੰ ਲੱਗੂਗਾ ਉਹ ਕਰ ਲੂਗਾ। ਸੋ ਐਵਰੀਬਡੀ ਜਿਹੜੀ ਹਰ ਇੱਕ ਦੀ ਰਿਸਪੋਂਸਿਬਿਲਿਟੀ ਹੈ ਫਿਰ ਉਹ ਕੀ ਹੋ ਜਾਂਦੀ ਆ, ਨੋਬਡੀਜ਼ ਰਿਸਪੋਂਸਿਬਿਲਿਟੀ ਬਣ ਜਾਂਦੀ ਆ। ਨੈਕਸਟ ਹੈ ਐਕਸਪੈਂਸਿਵ। ਅਪੋਇੰਟਿੰਗ ਟੂ ਮੈਨੀ ਸਪੈਸ਼ਲਿਸਟ ਆਲਸੋ ਇਨਕਰੀਜ਼ ਦੇਅਰ ਰੈਮੂਨਰੇਸ਼ਨ। ਹੁਣ 8 ਬੌਸ ਰੱਖਿਆ, ਇਟ ਮੀਨਸ ਉਹਨਾਂ ਨੂੰ ਸੈਲਰੀ ਵਗੈਰਾ ਦੇਣੀ ਪਊਗੀ, ਠੀਕ ਆ। ਬੀਇੰਗ ਸਪੈਸ਼ਲਿਸਟ ਦੇ ਡਿਮਾਂਡ ਹਾਈ ਸੈਲਰੀਜ਼ ਐਂਡ ਸੋ ਸਮੋਲ ਯੂਨਿਟਸ ਕੈਨ ਨਾਟ ਅਫੋਰਡ ਟੂ ਇੰਪਲੋਏ ਫੰਕਸ਼ਨਲ ਆਰਗੇਨਾਈਜੇਸ਼ਨ। ਸੋ ਹੁਣ ਉਹ ਆਪਦੇ ਕੰਮ 'ਚ ਸਪੈਸ਼ਲਿਸਟ ਹੁੰਦੇ ਆ ਤਾਂ ਕਰਕੇ ਸੈਲਰੀ ਵੀ ਜ਼ਿਆਦਾ ਮੰਗਦੇ ਆ। ਸੋ ਜਿਹੜੀਆਂ ਸਮੋਲ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਉਹ ਇਹਨਾਂ ਨੂੰ ਅਫੋਰਡ ਹੀ ਨਹੀਂ ਕਰ ਸਕਦੀਆਂ। ਨੈਕਸਟ ਹੈ ਲੈਕ ਆਫ ਕੋਆਰਡੀਨੇਸ਼ਨ, ਮਤਲਬ ਤਾਲਮੇਲ ਦੀ ਕਮੀ। Since more superiors are there at one level and everyone has to be involved while taking decisions, creating the problem of coordination। ਹੁਣ ਦੇਖੋ ਇੱਕੋ ਹੀ ਲੈਵਲ ਦੇ ਕਿੰਨੇ ਜਾਣੇ ਸੁਪੀਰੀਅਰ ਨੇ, 8 ਬੌਸ ਨੇ, ਠੀਕ ਆ, ਤਾਂ ਹਰ ਇੱਕ ਨੂੰ ਡਿਸੀਜਨ ਮੇਕਿੰਗ 'ਚ ਇਨਵੋਲਵ ਕੀਤਾ ਗਿਆ, ਤਾਂ ਉਹਦੇ ਨਾਲ ਕੀ ਹੋਗਾ, ਕੋਆਰਡੀਨੇਸ਼ਨ ਦੀ ਪ੍ਰੋਬਲਮ ਆ ਗਈ। ਐਵਰੀ ਸੁਪੀਰੀਅਰ ਗਿਵਸ ਇੰਪੋਰਟੈਂਸ ਟੂ ਹਿਸ ਟਾਸਕ। ਹਰ ਇੱਕ ਸੁਪੀਰੀਅਰ ਆਪਦੇ ਕੰਮ ਨੂੰ ਐਵੇਂ ਦਊਗਾ। creating conflicts among the superiors resulting into poor discipline and hence lack of coordination। ਸੋ ਇਹਦੇ ਨਾਲ ਕੀ ਹੋਊਗਾ, ਇੱਕ ਦੂਜੇ ਦੇ ਵਿੱਚ ਕਨਫਲਿਕਟ ਪੈਦਾ ਹੋ ਜਾਊਗਾ, ਮਤਲਬ ਲੜਾਈ ਝਗੜਾ ਜਾਂ ਮਨ ਮੁਟਾਵ ਪੈਦਾ ਹੋ ਜਾਊਗਾ, ਡਿਸਿਪਲਿਨ ਵੀ ਨਹੀਂ ਹੋਣਾ ਫਿਰ ਉਹਦੇ ਨਾਲ, ਤੇ ਕੋਆਰਡੀਨੇਸ਼ਨ ਦੇ ਵਿੱਚ ਕਮੀ ਆਉਂਦੀ ਆ। ਨੈਕਸਟ ਹੈਗਾ ਵਾ ਇਨਸਟੇਬਿਲਿਟੀ। ਸਪੈਸ਼ਲਿਸਟ ਆਲਵੇਜ਼ ਮੂਵ ਔਨ ਫਰੋਮ ਵਨ ਐਂਟਰਪ੍ਰਾਈਜ਼ ਟੂ ਅਦਰ ਵੇਅਰ ਦੇ ਆਰ ਆਫਰਡ ਹਾਇਰ, ਇੱਥੇ ਰੈਮੂਨਰੇਸ਼ਨ ਲਿਖ ਲਓ, ਠੀਕ ਆ, ਤੇ ਹਾਇਰ ਰੈਮੂਨਰੇਸ਼ਨ ਦਸ ਕ੍ਰੀਏਟਿੰਗ ਇਨਸਟੇਬਿਲਿਟੀ ਇਨ ਦਾ ਸਟਾਫ, ਕਿਉਂਕਿ ਉਹ ਥੋੜ੍ਹਾ ਈਜ਼ੀ ਵਰਡ ਆ ਇਹਦੇ ਲਈ। ਹੁਣ ਜਿਹੜੇ ਸਪੈਸ਼ਲਿਸਟ ਲੋਕ ਹੁੰਦੇ ਨੇ ਇਹ ਕੀ ਕਰਦੇ ਆ, ਇਹ ਹੁਣ ਆਪਦੇ ਕੰਮ 'ਚ ਸਪੈਸ਼ਲਿਸਟ ਨੇ, ਤਾਂ ਜਿੱਥੇ ਇਹਨਾਂ ਨੂੰ ਜ਼ਿਆਦਾ ਸੈਲਰੀ ਮਿਲਦੀ ਹੈ ਉੱਥੇ ਮੂਵ ਕਰ ਜਾਂਦੇ ਆ। ਸੋ ਇਹਦੇ ਨਾਲ ਕੀ ਆ, ਬਹੁਤ ਜ਼ਿਆਦਾ ਇਨਸਟੇਬਿਲਿਟੀ ਆ ਜਾਂਦੀ ਆ। ਨੈਕਸਟ ਹੈਗਾ ਮਿਊਚੁਅਲ ਕਨਫਲਿਕਟ। ਐਮਰਜੈਂਸ ਆਫ ਮੈਨੀ ਪੀਪਲ ਐਟ ਸੇਮ ਲੈਵਲ ਇਨਕਰੇਜਸ ਗਰੁੱਪ ਰਾਈਵਲਰੀਜ਼। ਗਰੁੱਪ ਰਾਈਵਲਰੀ ਮਤਲਬ ਇੱਕ ਜਿਵੇਂ 8 ਬੌਸ ਨੇ, 4 ਅੱਡ ਹੋ ਜਾਣ, 4 ਅੱਡ, ਹਰ ਇੱਕ ਦਾ ਇੱਕ ਦੂਜੇ ਦੇ ਨਾਲ ਕੀ ਦੁਸ਼ਮਣੀ ਜੀ ਹੋ ਜਾਵੇ, ਠੀਕ ਆ, ਰਾਈਵਲ ਬਣ ਜਾਣਾ ਇੱਕ ਦੂਜੇ ਦੇ। Everybody desire to become superior and tries to dominate over the work of other resulting in mutual conflict। ਹਰ ਇੱਕ ਦੀ ਇੱਛਾ ਹੁੰਦੀ ਹੈ ਕਿ ਮੈਂ ਹੀ ਸੁਪੀਰੀਅਰ ਬਣਾ, ਠੀਕ ਆ। ਸੋ ਜਿਹੜੀ ਇਹ ਡੋਮੀਨੇਟ ਹੋਣ ਦੀ ਜਿਹੜੀ ਇਹਨਾਂ ਦੀ ਮਨ ਦੀ ਇੱਛਾ ਹੁੰਦੀ ਆ, ਇਹਦੇ ਨਾਲ ਕੀ ਆ, ਉਹਨਾਂ ਦੇ ਵਿੱਚ ਆਪਸ 'ਚ ਕਨਫਲਿਕਟ ਪੈਦਾ ਹੋ ਜਾਂਦੇ ਆ। ਨੈਕਸਟ ਹੈ ਕੰਪਲੈਕਸ। Due to the presence of many relations in a single organization, the structure become complex, creating confusion among the workers। ਹੁਣ ਦੇਖੋ ਇੱਕ ਆਰਗੇਨਾਈਜੇਸ਼ਨ 'ਚ ਕਿੰਨੀਆਂ ਜ਼ਿਆਦਾ ਪੋਜੀਸ਼ਨਸ ਨੇ, ਤਾਂ ਉਹਦੇ ਨਾਲ ਜਿਹੜੀ ਆਰਗੇਨਾਈਜੇਸ਼ਨ ਦੀ ਸਟਰਕਚਰ ਆ ਹੋਰ ਕੰਪਲੈਕਸ ਬਣ ਗਈ, ਡਿਫੀਕਲਟ ਬਣ ਗਈ, ਤਾਂ ਇਹਦੇ ਨਾਲ ਵਰਕਰਸ ਦੇ ਵਿੱਚ ਕੀ ਹੋਊਗੀ, ਕਨਫਿਊਜ਼ਨ ਹੀ ਕ੍ਰੀਏਟ ਹੋਊਗੀ। ਨੈਕਸਟ ਹੈ ਡਿਲੇ ਇਨ ਡਿਸੀਜ਼ਨ ਮੇਕਿੰਗ। ਇਨਵੋਲਵਮੈਂਟ ਆਫ ਮੋਰ ਪਰਸਨਸ ਇਨ ਮੇਕਿੰਗ ਡਿਸੀਜ਼ਨ ਸਲੋ ਡਾਊਨ ਦਾ ਪ੍ਰੋਸੈਸ। ਜਿੰਨੇ ਜ਼ਿਆਦਾ ਵਰਕਰ ਐਡ ਹੁੰਦੇ ਜਾਣਗੇ ਡਿਸੀਜ਼ਨ ਮੇਕਿੰਗ, ਵਰਕਰ ਨਹੀਂ ਮਤਲਬ ਜਿਹੜੇ ਸਪੈਸ਼ਲਿਸਟ ਲੋਕ ਨੇ ਐਡ ਹੁੰਦੇ ਜਾਣਗੇ ਡਿਸੀਜਨ ਮੇਕਿੰਗ ਦੇ ਵਿੱਚ, ਉਨਾ ਹੀ ਜ਼ਿਆਦਾ ਜਿਹੜਾ ਪ੍ਰੋਸੈਸ ਆ ਉਹ ਕੀ ਹੋ ਜਾਊਗਾ, ਸਲੋ ਹੋ ਜਾਊਗਾ। ਅਲਟੀਮੇਟਲੀ ਰਿਜ਼ਲਟਿੰਗ ਇਨ ਡਿਲੇ ਇਨ ਐਕਸ਼ਨ। ਤਾਂ ਕਰਕੇ ਕਿਸੇ ਵੀ ਕੰਮ ਦੇ ਉੱਪਰ ਜੇ ਐਕਸ਼ਨ ਲੈਣਾ ਤਾਂ ਸਾਨੂੰ ਉਹਦੇ ਵਿੱਚ ਦੇਰੀ ਹੋ ਸਕਦੀ ਹੈ। ਓਕੇ ਬੇਟਾ, ਅੱਜ ਲਈ ਇੰਨਾ ਹੀ। ਨੈਕਸਟ ਦੇ ਵਿੱਚ ਆਪਾਂ ਨਿਊ ਟੌਪਿਕ ਸ਼ੁਰੂ ਕਰਾਂਗੇ। ਓਕੇ।